ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਵੀ ਕੇਅਰ ਫॉर ਯੂ ਤੇ ਉੱਠੇ ਸਵਾਲ, ਮੁਫਤ ਵਿੱਚ ਖਾਣਾ ਨਾ ਦੇਣ ਤੇ ਸ਼ਰਾਬ ਦੇ ਨਸ਼ੇ ਵਿੱਚ ਗੁੰਡਾਗਰਦੀ ਤੇ ਉਤਰਿਆ ਸਬ ਇੰਸਪੈਕਟਰ। ਜ਼ੀਰਕਪੁਰ ਪੁਲਿਸ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਾਉਣ ਦੇ ਜ਼ੁਰਮ ਹੇਠ 2 ਗ੍ਰਿਫਤਾਰ। ਤੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਹੋਈ ਇਸ ਸਾਲ ਦੀ ਆਖਰੀ ਬੈਠਕ। ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਦੀ, ਜਿਸ ਨੂੰ ਖਾਣਾ ਮੁਫਤ ਵਿੱਚ ਨਹੀਂ ਮਿਲਿਆ ਤਾਂ ਉਹ ਗੁੰਡਾਗਰਦੀ ਤੇ ਹੀ ਉਤਾਰੂ ਹੋ ਗਿਆ। ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਵਾਇਰਲ ਹੋ ਰਹੀ ਹੈ ਤੇ ਨਾਲੋਂ ਨਾਲ ਹੁਣ ਪੁਲਿਸ ਦੀ ਖਾਕੀ ਤੇ ਵੀ ਸਵਾਲ ਉੱਠ ਰਹੇ ਨੇ। ਪੇਸ਼ ਰਿਪੋਰਟ। ਪੁਲਿਸ ਵਾਲੇ ਦੀ ਦਬੰਗਈ ਉਸ ਮੌਕੇ ਵੇਖਣ ਨੂੰ ਮਿਲੀ ਜਦੋਂ ਪੁਲਿਸ ਵਾਲੇ ਨੂੰ ਇੱਕ ਢਾਬੇ ਦੇ ਵਿੱਚ ਕੰਮ ਕਰ ਰਹੇ ਵਰਕਰਾਂ ਵੱਲੋਂ ਮੁਫਤ ਦੇ ਵਿੱਚ ਖਾਣਾ ਨਾ ਦਿੱਤਾ ਗਿਆ ਤਾਂ ਉਸ ਪੁਲਿਸ ਵਾਲੇ ਨੇ ਵਰਕਰਾਂ ਨੂੰ ਭਜਾ ਕੇ ਕੁੱਟਿਆ ਤੇ ਬੇਵਜ੍ਹਾ ਢਾਬੇ ਦੀ ਤਲਾਸ਼ੀ ਵੀ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਸੈਕਟਰ 29 ਦੇ ਵਿੱਚ ਸੋਮਵਾਰ ਦੀ ਰਾਤ ਨੂੰ ਇੱਕ ਢਾਬੇ ਤੇ ਸਨਅਤੀ ਏਰੀਆ ਥਾਣੇ 'ਚ ਤਾਇਨਾਤ ਇੱਕ ਇੰਸਪੈਕਟਰ ਵੱਲੋਂ ਮੁਫਤ ਦੇ ਵਿੱਚ ਖਾਣਾ ਮੰਗਿਆ ਗਿਆ ਤੇ ਉਸ ਨੂੰ ਜਦੋਂ ਇਹ ਖਾਣਾ ਮੁਫਤ ਦੇ ਵਿੱਚ ਨਾ ਮਿਲਿਆ ਤਾਂ ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਇਲਜ਼ਾਮ ਹੈ ਕਿ ਇਸ ਸਬ ਇੰਸਪੈਕਟਰ ਨੇ ਧਮਕੀ ਦਿੱਤੀ ਤੇ ਦੁਬਾਰਾ ਆ ਕੇ ਵਰਕਰਾਂ ਨੂੰ ਭਜਾ ਕੇ ਕੁੱਟਿਆ। ਢਾਬਾ ਮਾਲਕ ਦੇ ਮੁਤਾਬਿਕ ਇੰਸਪੈਕਟਰ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਖਿਲਾਫ FIR ਦਰਜ ਹੋ ਚੁੱਕੀ ਹੈ ਤੇ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਵੀ ਇੰਸਪੈਕਟਰ ਵੱਲੋਂ ਧਮਕੀ ਦਿੱਤੀ ਅਤੇ ਢਾਬੇ ਦੀ ਤਲਾਸ਼ੀ ਵੀ ਲਈ ਗਈ ਅਤੇ ਤਲਾਸ਼ੀ ਲੈਣ ਤੋਂ ਬਾਅਦ ਇੰਸਪੈਕਟਰ ਨੇ ਢਾਬੇ ਦੇ ਬਾਹਰ ਖੜੇ ਢਾਬਾ ਮਾਲਕ ਦੀ ਐਕਟਿਵਾ ਨੂੰ ਉਸਦੀ ਦੇ ਵਰਕਰਾਂ ਨੂੰ ਸਰਕਾਰੀ ਗੱਡੀ ਵਿੱਚ ਰੱਖਣ ਲਈ ਕਿਹਾ। ਜਦੋਂ ਵਰਕਰਾਂ ਨੇ ਪੁੱਛਿਆ ਕਿ ਉਹਨਾਂ ਦਾ ਕਸੂਰ ਕੀ ਹੈ ਤੇ ਉਹ ਐਕਟਿਵਾ ਸਰਕਾਰੀ ਗੱਡੀ ਵਿੱਚ ਕਿਉਂ ਰੱਖਣ ਤਾਂ ਪੁਲਿਸ ਨੇ ਦਬੰਗਈ ਦਿਖਾਉਂਦੇ ਹੋਏ ਉਹਨਾਂ ਨੂੰ ਕੁੱਟਿਆ ਅਤੇ ਡੰਡੇ ਮਾਰੇ। मैंने सबसे वो कंप्लेंट दी है, कंप्लेंट है सत्यवान SI के खिलाफ, जो कि MW थाना फेज 1 इंडस्ट्रिया में सब इंस्पेक्टर तैनात है। 25 तारीख की रात की बात है। उस दिन मैं ढाबे पे नहीं आया सारा दिन, मेरे वर्कर सारे ढाबे पे थे। सत्यवान SI 10 बजे करीब 10 साढ़े 10 के करीब आया ढाबे पे। उसने मेरे लड़के को बोला खाना पैक कर दे। मेरे लड़के ने खाना पैक कर दिया। जब उसने पैसे मांगे तो कहने लगा मेरी अजय से बात हो गई है, तो खाना दे दे। उसने लड़के ने कहा कि मेरा खाना आप मेरे लड़के अजय से बात करवा दो, मैं खाना दे दूंगा आपको। तो सत्यवान ये बोल के चला गया, ले मैं देख लूँगा तुम्हें, मैं 11 बजे आऊँगा तुम्हें देख लूँगा। उसके बाद सत्यवान फिर 11:30 बजे आया, मेरे ढाबे की तलाशी ली उसने और बाहर खड़ा एक्टिवा, मेरे बंदों को बोला अपना एक्टिवा उठा के लोड करो एक्टिवा को सरकारी गाड़ी में। मेरे वर्करों ने मना किया, हम क्या एक्टिवा क्यों लोड करें? तो कहने लगा नहीं तुम्हारे खिलाफ FIR दर्ज हो चुकी है, तुम्हें एक्टिवा लोड करना पड़ेगा, तुम्हें जेल में जाना पड़ेगा सबको। मेरे बंदों ने मना किया कि हम नहीं उठाएंगे अपना एक्टिवा, हमारा कसूर क्या है? तभी उसे डंडों से भगा के मेरे दोनों लड़कों को मारा, जिसका नाम दीपक और लवकुश है। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਦਾ ਸਲੋਗਨ ਹੈ ਵੀ ਕੇਅਰ ਫॉर ਯੂ, ਲੇਕਿਨ ਇਹ ਕਿਸ ਤਰ੍ਹਾਂ ਦੀ ਕੇਅਰ ਹੋ ਰਹੀ ਹੈ ਤੇ ਬਿਨਾਂ ਕਿਸੇ ਇਜਾਜ਼ਤ ਤੋਂ ਢਾਬੇ ਦੀ ਤਲਾਸ਼ੀ ਇੱਕ ਪੁਲਿਸ ਵਾਲੇ ਵੱਲੋਂ ਲਈ ਗਈ ਤੇ ਨਾ ਇਸ ਗੱਲ ਦੀ ਸੂਚਨਾ ਦਿੱਤੀ ਗਈ ਤੇ ਨਾ ਹੀ ਇਸ ਦੀ ਕੋਈ ਸ਼ਿਕਾਇਤ ਸੀ ਅਤੇ ਪੁਲਿਸ ਦੀ ਇਸ ਦਬੰਗਈ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਕਿਸ ਤਰ੍ਹਾਂ ਚੰਡੀਗੜ੍ਹ ਦੇ ਲੋਕਾਂ ਦੀ ਕੇਅਰ ਕਰ ਰਹੀ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। उधर ਜ਼ੀਰਕਪੁਰ ਦੇ ਵਿੱਚ ਪੁਲਿਸ ਵੱਲੋਂ ਜਿਸਮ ਫਰੋਸ਼ੀ ਦੇ ਧੰਦਾ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਤਲਾਹ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਇਹ ਸਾਰਾ ਭਾਂਡਾ ਫੁੱਟਿਆ ਤੇ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਧਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਜੁੜੀ ਹੋਰ ਕਾਰਵਾਈ ਕੀਤੀ ਜਾ ਰਹੀ ਹੈ। थाना जीतपुर जिला मोहाली अंदर जश्म फरोशी के धंधे तहत 2 गिरफ्तार किए हैं। कल थाना जीतपुर एक मैडिकल चैट मसूल हुई सी एक लड़की वालों कि उन्हें इल्जाम लाया सी कि राणा हाईवे होटल जीतपुर जो कालका हाईवे ते है पंचकूला रोड ते उत्थे जिहड़ी एक औरत है ते एक होटल का होर मालक है जिहड़ा वो रल के धंधा चलाउंदे हन। ਉਹਦੀ MLR ਤੇ जो सट्टां सी ਉਹਦੇ ਬਿਆਨ ਲਿਖਣ ਤੋਂ ਬਾਅਦ मुकदमा नंबर 545
ਜਰਮ 370 323 347 120 ਵੀ ਮੋਰਲ ਐਸਪੈਕਟ ਦਾ ਦਰਜ ਕੀਤਾ ਗਿਆ। ਦੌਰਾਨੇ ਤਫਤੀਸ਼ ਉਸ ਹੋਟਲ ਨੂੰ ਚਲਾਉਣ ਵਾਲੀ ਔਰਤ ਅਤੇ ਉਹਦਾ ਸਾਥੀ ਮੁਹੰਮਦ ਕੇਸਰ ਜੋ ਮੌਲੀ ਜਾਗਰਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕੀਤਾ ਗਿਆ। ਮਾਨਯੋਗ ਐਸਐਸਪੀ ਸਾਹਿਬ ਨਵਜੋਤ ਸਿੰਘ ਮਾਨ ਜ਼ਿਲ੍ਹਾ ਮੋਹਾਲੀ ਵੱਲੋਂ ਸਖਤ ਗਾਈਡਲਾਈਨ ਦਿੱਤੀਆਂ ਗਈਆਂ ਕਿ ਜਿਹੜੇ ਅਜਿਹਾ ਧੰਦਾ ਕਰਨ ਵਾਲੇ ਮਨੁੱਖੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਹ ਕਾਰਵਾਈ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ। ਅਜਿਹੇ ਵਾਰਦਾਤਾਂ ਜਿਹੜੀਆਂ ਹੋਟਲਾਂ 'ਚ ਸਪਾ ਸੈਂਟਰਾਂ 'ਚ ਕਰਦੇ ਆ ਉਹਨਾਂ ਨੂੰ ਸਖਤ ਤਾੜਨਾ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਲਿਆਂਦੀ ਜਾਵੇਗੀ। ਥੈਂਕ ਯੂ। ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤੇ ਇਸ ਸਾਲ ਦੀ ਅਖੀਰਲੀ ਬੈਠਕ ਹੋਈ ਨਗਰ ਨਿਗਮ ਦੀ। ਇਸ ਦੌਰਾਨ ਬੈਠਕ ਦੇ ਵਿੱਚ ਕਈ ਵੱਡੀਆਂ ਹਸਤੀਆਂ ਮੌਜੂਦ ਰਹੀਆਂ ਤੇ ਕਈ ਅਹਿਮ ਪਹਿਲੂਆਂ ਤੇ ਚਰਚਾ ਵੀ ਕੀਤੀ ਗਈ। ਚੰਡੀਗੜ੍ਹ ਨਗਰ ਨਿਗਮ ਦੀ ਸ਼ੁੱਕਰਵਾਰ ਨੂੰ ਅੰਤਿਮ ਬੈਠਕ ਸੀ ਤੇ ਇਸ ਸਾਲ ਦੀ ਅੰਤਿਮ ਬੈਠਕ ਦੇ ਵਿੱਚ ਦੱਖਣ ਸੈਕਟਰ ਦੇ ਵਿੱਚ ਸਫਾਈ ਦਾ ਕੰਮ ਦੇਖ ਰਹੀ ਇੱਕ ਕੰਪਨੀ ਨੂੰ 3 ਮਹੀਨੇ ਦੀ ਐਕਸਟੈਂਸ਼ਨ ਦੇਣ ਦਾ ਏਜੰਡਾ ਆਇਆ ਤੇ ਜਿਸ ਤੇ ਸਦਨ ਦੀ ਬੈਠਕ ਦੇ ਵਿੱਚ ਹੰਗਾਮਾ ਵੀ ਹੋਇਆ ਤੇ ਇਸ ਏਜੰਡੇ ਤੇ ਸੀਨੀਅਰ ਡਿਪਟੀ ਮੇਅਰ ਮਹੇਸ਼ ਇੰਦਰ ਸਿੱਧੂ ਨੇ ਕੌਂਸਲਰ ਸ਼ਕਤੀ ਦੇਵਸ਼ਾਲੀ ਦੇ ਉੱਤੇ ਸਵਾਲ ਉਠਾਏ ਅਤੇ ਉਹਨਾਂ ਕਿਹਾ ਕਿ ਕੰਪਨੀ ਨੂੰ 3 ਮਹੀਨੇ ਦੀ ਐਕਸਟੈਂਸ਼ਨ ਦੇਣਾ ਪੂਰੀ ਤਰ੍ਹਾਂ ਗਲਤ ਹੈ ਅਤੇ ਇਸ ਨੂੰ ਲੈ ਕੇ ਹਾਊਸ ਨੇ ਮਈ ਦੇ ਵਿੱਚ ਇਕਮਤ ਹੋ ਕੇ ਨਿਰਣਾ ਲਿਆ ਹੈ ਤੇ ਇਸ ਕੰਪਨੀ ਦਾ ਟੈਂਡਰ ਖਤਮ ਹੋਣ ਤੋਂ ਬਾਅਦ ਕੰਪਨੀ ਨੂੰ ਟੈਂਡਰ ਮੁੜ ਤੋਂ ਨਹੀਂ ਦਿੱਤਾ ਜਾਣਾ ਚਾਹੀਦਾ। उन्होंने भी कहा है कि एक्सटेंशन देने का जो एजेंडा आया है वो पूरी साजिश के तहत आया है तो इस मामले की जांच होनी चाहिए है। कि इसकी मिलीभगत अपने आप ही बड़ी स्पष्ट है, सबको दिख रही है कि जब हमने मई के महीने में ये पास कर दिया, उसने रिजॉल्व कर दिया कि हमने अब एक्सटेंशन नहीं देनी है और नए सिरे से टेंडर होगा, उसके बाद जो इस काम को लटकाया गया। मई के बाद जून, जुलाई, अगस्त, सितंबर, अक्टूबर तक का हाउस आ गया, लास्ट हाउस, और इस दौरान कोई प्रोसेस नहीं हुआ फॉलो, कोई काम नहीं किया गया, जबकि अब तक टेंडर लग के कंपनियों को काम देना चाहिए था ताकि वो अपना 1 दिसंबर से अपना काम शुरू कर सके। इसमें कई स्टेप्स पर ऐसे हुआ है जहाँ इनकी कमियां रही हैं। आज हाउस में सब डिस्कस हुआ है कि जो मीटिंग हुई है, लास्ट मीटिंग हुई है 9/8 को 8वें महीने में मीटिंग हुई है 9 तारीख को, उसके बाद से कोई प्रोसीडिंग नहीं है और बार बार बहुत सारी खामियां उसमें दिखी हैं। इसलिए हमें ये लगता है कि इंटेंशनली इसको जो है वो डिले किया गया है, केवल और केवल एक किसी कंपनी को फ़ायदा पहुंचाने के लिए। कुछ शरारती जो तत्व हैं, ऑफिसर ऐसे हैं जिनका कुछ उनके साथ कोई मेलाफाइड इंटेंशन हो सकती है, उन लोगों ने जो इसको डिले किया और इसी वजह से हम ये नहीं चाहते थे कि शहर पर किसी प्रकार का कोई अतिरिक्त कोई वित्तीय बोझ पड़े। इसलिए हम लोग, क्योंकि हम लोग जो है वो वॉचडॉग ऑफ द स्टेट एक्सचेकर है, कोई सरकार का पैसा बर्बाद ना हो, जहाँ वहाँ ना लगे, सही जगह पर इस्तेमाल हो, ये काम देखना हमारा काम है। इसलिए हमने इशू उठाया। ਉੱਥੇ ਹੀ ਸਾਬਕਾ ਮੇਅਰ ਅਰੁਣ ਸੂਦ ਨੇ ਇਸ ਮਾਮਲੇ ਤੇ ਬੋਲਦਿਆਂ ਇੱਥੋਂ ਤੱਕ ਕਿਹਾ ਕਿ MOH ਤਾਂ ਸਿਰਫ ਮੋਹਰਾ ਹੈ, ਇਸ ਪਿੱਛੇ ਨਗਰ ਨਿਗਮ ਦੇ ਵੱਡੇ ਅਫਸਰ ਸ਼ਾਮਲ ਨੇ ਅਤੇ ਉਹ ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਹਾਈ ਲੈਵਲ ਕਮੇਟੀ ਦੀ ਜਾਂਚ ਦੀ ਮੰਗ ਕਰਨਗੇ। 8 को नोटिंग दी जाती कि सारे शहर का कीजिए और उसके बाद 3 महीने जो है वो शहर वो उस पर भी कोई काम नहीं किया जाता है। ये जानबूझ के डिले किया गया और आज एंड में जब कोड ऑफ कंडक्ट लगने जा रहा है, कॉन्ट्रैक्ट एक्सपायर होने जा रहा है, तो उसी वक्त जो है वो अपना ये लाया जाता है कि इनको अब मजबूरी में आज हमें, क्योंकि हमारे पास ऑप्शन नहीं थी, अगर हम एक्सटेंशन आज ना दें तो 1 महीने में तो टेंडर लग नहीं सकता, 15 दिनों बाद कोड ऑफ कंडक्ट लगने जा रहा है, तो शहर की सड़कों पे सफाई बंद हो जाएगी। इस कारण से आज मजबूरी में विदाउट एनी ऑप्शन हमें उसको 3 महीने की एक्सटेंशन देनी पड़ी है। लेकिन इस सब के पीछे हमने एक इंक्वायरी मार्क की है, एडमिनिस्ट्रेटर चंडीगढ़ को हमने जो है वो एक रिक्वेस्ट भेजी है, हाउस ने यूनानिमसली इस पे हाई लेवल इंक्वायरी करके इसके जितने भी इसके पीछे जो लोग हैं इसको डिले करने में, कंपनी को फेवर करने में, उनकी जांच हो और उन दोषियों को जो है वो कड़ी से कड़ी सजा दी जाए और कोई फाइनेंशियल रिकवरीज भी जो होनी है वो की जाए और इस सारे मामले की हाई लेवल जांच हो। ਹੰਗਾਮੇ ਦੌਰਾਨ ਨਿਗਮ ਕਮਿਸ਼ਨਰ ਨੇ ਸਾਫ਼ ਕਿਹਾ ਕਿ ਉਹਨਾਂ ਦੇ ਕਾਰਜਕਾਲ ਨੂੰ 2 ਮਹੀਨੇ ਹੋਏ ਨੇ ਤੇ ਇਸ ਤੋਂ ਪਹਿਲਾਂ ਦੇ ਜੋ ਕੰਮ ਪੈਂਡਿੰਗ ਪਏ ਨੇ ਉਹਨਾਂ ਦੇ ਲਈ ਉਹ ਜ਼ਿੰਮੇਦਾਰ ਨਹੀਂ ਹਨ। ਲੇਕਿਨ ਉਹਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਪਏ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਦੇ ਮੁਤਾਬਿਕ ਚਾਰਜ ਸ਼ੀਟ ਵੀ ਕੀਤਾ ਜਾਵੇ। ਚੰਡੀਗੜ੍ਹ ਤੋਂ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। उधर हरियाणा रोडवेज की ਬੱਸ ਦੇ ਵਿੱਚ ਅਚਾਨਕ ਹੀ ਸੈਕਟਰ 31 ਦੇ ਕੋਲ ਅੱਗ ਲੱਗ ਗਈ। ਲੋਕਾਂ ਨੇ ਡਰਾਈਵਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬੱਸ ਦੇ ਵਿੱਚ ਉਸ ਵੇਲੇ ਡਰਾਈਵਰ ਤੇ ਕੰਡਕਟਰ ਹੀ ਮੌਜੂਦ ਸੀ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ। इस वक्त की वड्डी खबर चंडीगढ़ तो हरियाणा रोडवेज की चलती बस च लगी अचानक अग। चंडीगढ़ के सैक्टर 31 राम दरबार लाइट पॉइंट कोल लगी अग। बस च सवार सन ड्राइवर ते कंडक्टर। राहगीरां ने ड्राइवर नूं दित्ती अग लगन की जानकारी।
ਅੱਗ ਲੱਗਣ ਦੀ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਦਿੱਤੀ ਸੂਚਨਾ। ਫਾਇਰ ਬ੍ਰਿਗੇਡ ਨੇ ਜਲਦ ਪਾਇਆ ਅੱਗ ਤੇ ਕਾਬੂ ਪਾਉਣ ਨਾਲ ਵੱਡਾ ਹਾਦਸਾ ਹੋਣ ਤੋਂ ਟਲਿਆ। ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਜਾ ਰਿਹਾ ਤਾਂ ਹਰ ਕੋਈ ਦੀਵਾਲੀ ਦੀਆਂ ਤਿਆਰੀਆਂ ਦੇ ਵਿੱਚ ਇਸ ਵੇਲੇ ਜੁਟਿਆ ਹੋਇਆ ਹੈ। ਦੀਵਾਲੀ ਦੇ ਮੌਕੇ ਤੇ ਦੀਵੇ ਤਾਂ ਘਰ ਵਿੱਚ ਹਰ ਕੋਈ ਹੀ ਲਿਆਉਂਦਾ ਹੈਗਾ ਹੈ। ਦੀਵੇ ਲਿਆਉਣਾ ਸ਼ੁਭ ਵੀ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਆਪਣੇ ਘਰ ਨੂੰ ਰੋਸ਼ਨ ਵੀ ਹਰ ਕੋਈ ਕਰਦਾ ਹੈਗਾ। ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਘੁਮਿਆਰ ਇਹ ਦੀਵੇ ਬਣਾਉਂਦੇ ਨੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਨੇ? ਇਸ ਤੇ ਪੇਸ਼ ਰਿਪੋਰਟ। ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜੋ ਰੋਸ਼ਨੀ ਅਤੇ ਉਮੰਗਾਂ ਦੇ ਨਾਲ ਭਰਿਆ ਹੁੰਦਾ ਹੈ ਤੇ ਹਰ ਥਾਂ ਤੁਹਾਨੂੰ ਜਗਮਗਾਉਂਦੇ ਦੀਵੇ ਵਿਖਾਈ ਦਿੰਦੇ ਨੇ। ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੀਵਿਆਂ ਨੂੰ ਬਣਾਉਣ ਵਾਲੇ ਅਤੇ ਤੁਹਾਡੇ ਘਰਾਂ ਨੂੰ ਰੋਸ਼ਨ ਕਰਨ ਵਾਲੇ ਕਾਰੀਗਰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ? ਅਜਿਹੇ ਹੀ ਕਾਰੀਗਰਾਂ ਦਾ ਹਾਲ ਜਾਣਨ ਦੇ ਲਈ ਜਗਬਾਣੀ ਦੀ ਟੀਮ ਪਹੁੰਚੀ ਚੰਡੀਗੜ੍ਹ ਦੇ ਮਲੋਇਆ ਪਿੰਡ ਦੀ ਇਹਨਾਂ ਕਾਰੀਗਰਾਂ ਦੀ ਕਲੋਨੀ ਦੇ ਵਿੱਚ। ਚੰਡੀਗੜ੍ਹ ਦੇ ਵਿੱਚ ਦੀਵੇ ਬਣਾ ਕੇ ਅੱਗੇ ਸੈਕਟਰਾਂ ਵਿੱਚ ਭੇਜੇ ਜਾਂਦੇ ਨੇ ਅਤੇ ਇਹਨਾਂ ਦੀਵਿਆਂ ਦੇ ਨਾਲ ਹੀ ਚੰਡੀਗੜ੍ਹ ਦੇ ਘਰਾਂ ਦੇ ਵਿੱਚ ਰੋਸ਼ਨੀ ਫੈਲਦੀ ਹੈ। ਕਾਰੀਗਰਾਂ ਦਾ ਇਹ ਪੁਸ਼ਤੈਨੀ ਕੰਮ ਹੈ ਤੇ ਇਸ ਤੋਂ ਪਹਿਲਾਂ ਉਹਨਾਂ ਦੇ ਦਾਦਾ ਪੜਦਾਦਾ ਵੀ ਇਹੀ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਅਤੇ ਹੁਣ ਕਾਰੀਗਰਾਂ ਦੀ ਇਹ ਪੀੜ੍ਹੀ ਵੀ ਆਪਣਾ ਗੁਜ਼ਾਰਾ ਦੀਵੇ ਬਣਾ ਕੇ ਹੀ ਕਰ ਰਹੀ ਹੈ। ਲੇਕਿਨ ਕਾਰੀਗਰਾਂ ਦੀ ਹੁਣ ਮੌਜੂਦਾ ਪੀੜ੍ਹੀ ਅੱਗੇ ਇਸ ਕੰਮ ਨੂੰ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਕੰਮ ਨਾਲ ਹੁਣ ਉਹਨਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ ਤੇ ਜਿਸ ਨਾਲ 2 ਵਕਤ ਦੀ ਰੋਟੀ ਵੀ ਨਹੀਂ ਜੁੜ ਪਾਉਂਦੀ। ਇਸ ਕਾਰੀਗਰ ਕਲੋਨੀ ਦੇ ਵਿੱਚ ਜਦੋਂ ਕਾਰੀਗਰਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਚਾਹੇ ਇਹਨਾਂ ਦੀਵਿਆਂ ਦੇ ਜ਼ਰੀਏ ਲੋਕਾਂ ਦੇ ਘਰਾਂ ਨੂੰ ਉਹ ਰੋਸ਼ਨ ਕਰਦੇ ਨੇ ਲੇਕਿਨ ਅੱਜ ਉਹਨਾਂ ਦੇ ਖੁਦ ਦੇ ਘਰ ਹਨੇਰਾ ਹੈ ਤੇ ਉਹ ਕਿਨ ਹਾਲਤਾਂ ਦੇ ਵਿੱਚ ਇੱਥੇ ਰਹਿੰਦੇ ਨੇ ਉਹ ਇਹੀ ਜਾਣਦੇ ਨੇ। सर कुछ तो बारिश ने ठप कर दिया है काम, कुछ ये चाइनीज़ लड़ियाँ चाइनीज़ दीवे आ गए हैं इन्होंने काम ख़राब कर दिया है। बस अब गुजारे लायक काम कर रहे हैं, दुनिया के घर में रोशनी कर रहे हैं, अपने घर में अंधेरा है। ठीक है, अपने बच्चों को आगे ये काम नहीं सिखाएंगे। बड़ी मुश्किल है जिस तरह से बहुत ज़्यादा मुश्किल है, कोई छत नहीं है, बारिश आ जाती है टपक टपक होती है, कोई सुविधा नहीं है, रोड बढ़िया नहीं है, बस यही कारण है। दिवाली तो सर बहुत मंदा काम है इस बार तो। किस तरह से क्यों ऐसा? सर चाइनीज चीज़ खरीदने लग गए हैं लोग, मिट्टी का आजकल कोई खरीदता ही नहीं है। ये चीज़ ख़त्म होती जा रही है मिट्टी की सारी, आजकल चाइनीज़ चीज़ ज़्यादा खरीदने लग गए हैं लोग, इस करके दिवाली का काम मंदा है इस बार। इसको छोड़ दीजिए कैमरे को। तो इस बार आपका घर भी टीन का बना हुआ है, क्या कोई सूट नहीं लेता सरकार? हाँ जी सर, कच्चा घर है हमारा सर, सरकार भी कोई वो नहीं करती है। वोट लेने आ जाते हैं ना, इधर देखते हैं बाद में वोट लेने के बाद। पक्की रोड नहीं है इधर सर, कच्चा सामान है, बारिश आती है तो सारी कीचड़ हो जाती है सर यहाँ पे। तो आपको नहीं लगता कि आने वाले समय में ये काम लुप्त हो जाएगा? बंद हो जाएगा सर ये काम आने वाले समय में, तो चाइनीज़ चीज़ तो ज़्यादा चल गई है इस टाइम। तो आप क्या चाहते हैं सरकार को ये चाइनीज़ आइटम बंद कर दें? चाइनीज़ आइटम बंद करे सर, जब ये हमारा चलेगा घर। तो किस तरह से गुजारा चलता है आपके घर का? बस गुजारा किस तरह से चलता है? बस सर काम कर रहे हैं धीरे धीरे, मिट्टी का जो बिकता है उससे गुजारा हो जाता है हमारा। मतलब मुश्किल है गुजारा? मुश्किल बहुत है सर जी, अब किसको बताएं, सरकार तो सुनती नहीं है, मुश्किल तो बहुत है सर। और सरकार तो अपना उसमें है, बस वोट लेने के लिए आते हैं बस, उसके बाद कोई नहीं पूछता। भाई सारे बंदे फैंसी हो गए, आपको पता है। चाइनीज? हाँ, चाइनीज और फैंसी माल ज़्यादा बिकता है। और आने वाले बच्चे हम तो कर लेंगे, हम तो बूढ़े हो गए हैं, और आने वाले बच्चे तो भाई पढ़ लिख के कुछ बनना चाहेंगे और माँ बाप भी सोचेंगे भाई मिट्टी से भी पीछा छूट जाए। गुजारा तो जी देखो ये क्या करें, गरीब आदमी है, ना तो नौकरी लग रही कोई, ना पीछे बाप लग रहा था और ना कोई नौकरी पे। देखो ये एक तो पीछे से मिट्टी आ नहीं रही है और दूसरा भाई कोई करके ना नई जनरेशन कोई करके बिल्कुल राजी नहीं है इसको। जो पुराने बुजुर्ग थे कर लिया, आज आने वाले टाइम में ना 5-7 साल में बिल्कुल ही खत्म हो जाएगा कुम्हार का काम, बिल्कुल कोई भी नहीं करेगा। क्या वजह मानते हैं चाइनीज आइटम? चाइनीज आइटम है कुछ बाहर के, कोई बाहर का सामान बहुत आता है, कलकत्ता साइड गोरखपुर साइड का, बाकी चाइनीज़ ज़्यादा सामान चलता है। आने वाले बच्चे तो बिल्कुल ही नहीं करेंगे, हमारे वर्गे तो जो कर गए, अब बच्चे तो बिल्कुल ही मिट्टी में हाथ कौन लगा, वैसे भी खत्म है। सरकार किसके बारे में नहीं सोचती, अपना पेट भरना चाहो सरकार।
ਕਾਰੀਗਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਲੱਕੜੀਆਂ ਦੇ ਨਾਲ ਖਾਣਾ ਬਣਾਉਂਦੇ ਨੇ ਤੇ ਉਹਨਾਂ ਕੋਲ ਸਿਲੰਡਰ ਭਰਵਾਉਣ ਦੇ ਪੈਸੇ ਵੀ ਨਹੀਂ ਹੁੰਦੇ ਅਤੇ ਮਿਊਨਿਸਪਲ ਕਾਰਪੋਰੇਸ਼ਨ ਨੇ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ। ਨਾ ਸੜਕ ਹੈ ਨਾ ਬਿਜਲੀ है ते ओ नरक भरा जीवन जिउण लई मजबूर ने। इस बार बड़ा मुश्किल हो रखा है जी, बारिश ने सारा हमारा काम ख़राब कर दिया है, हम इतना काम नहीं कर पाए। दीवे बहुत कम बिक रहे हैं जी, चाइनीज़ आइटम ज़्यादा चल रहा है, हमारे मिट्टी के दीवे बहुत लोग कम खरीद रहे हैं, हमारा दीवा बिक नहीं रहा है। हम दूसरे के घरों में रोशनी करते हैं, हम खुद अंधेरे में रह रहे हैं। घर कच्चा है जी, चद्दरों का है, बारिश आ जाती है सारा पानी अंदर बढ़ता है, हमें कोई चीज़ की सुविधा नहीं मिली हुई। ये हमारी गलियाँ कच्ची हैं, हम बहुत परेशान हैं इधर। हम आगे अपनी जनरेशन को ये काम नहीं सिखाएंगे, इससे गुजारा नहीं हो रहा बिल्कुल भी। ये तो थोड़ा बहुत हम जैसे तैसे करके काम अपना चला रहे हैं, गुजारा घर। सिलेंडर तक के पैसे नहीं है सर हमारे पास, हम बड़ी मुश्किल से गुजारा कर रहे हैं। हम ये आगे से ये काम नहीं करेंगे, हमारा इस ये को कोई नहीं खरीद रहा है। सर इस बार बहुत डाउन है सीजन, क्योंकि बरसातों में हमारा बिल्कुल काम ठप रहा है। पिछला महीना हमारा सारा बरसातों में निकला है, ठीक है। दूसरी बात जो ये आम चल रही है, चाइनी मिट्टी का माल है, चाइनीज लड़िया वगैरह, इन्होंने हमारा बिल्कुल ही काम ठप कर रखे हैं, ठीक है सर। और जो ये काम है आगे, जैसे हमारे बच्चे, हम बच्चों को बिल्कुल काम नहीं सिखाना चाहते हैं, इसमें भुखमरी वाला काम है ये, ठीक है। एक एक हफ्ते बारिश स्टार्ट हो जाती है, जो लेबर है उसको तनख्वाह घर से देनी पड़ती है। तो सरकार कोई हेल्प? कोई हेल्प नहीं है सर। सर यही चाहते हैं कि हमारा थोड़ा सा ध्यान रखे, ठीक है, हमारा भी कुछ काम धंधा चले, कि चाइनीज साइड में बंद करवा दे गवर्नमेंट, ठीक है ना, तो हमारा काम चल पड़े। आने वाले टाइम में जैसे हमें जब तक ये हम कर रहे हैं, आगे जो हमारे बच्चे ये काम हम बिल्कुल नहीं सिखाना चाहते उनको ये काम, ठीक है ना। इससे अच्छा दिहाड़ी मजदूरी कर ले, उसमें अपना गुजारा कर लेंगे। ये काम में अब बिल्कुल ही वो नहीं है, नौकरी हमारे पास है नहीं और कोई काम धंधा है नहीं, ठीक है ना। रोडों पे पहले मटके बेचते थे, अब गवर्नमेंट ने इतना फुटपाथ पे दे दिया, उसमें हमारा काम चलता नहीं। क्यों? मार्केट के पीछे दे दिया, कोई ऐसी जगह दे दिया, गाहक वहाँ पहुँचता नहीं, महीने तक 2-2 रुपये की बिक्री नहीं होती, क्या करेंगे सर। दूसरा मटके की जगह फ्रिज आ गए, सब कुछ आ गया सर, ठीक है ना। अब पहले घड़े का मटके लेते थे, कैंपर लेते थे, अब फ्रिज आ गया। चाइनीज आइटम है, प्लास्टिक के आ रहे हैं, सब कुछ बड़े आइटम उनको खरीद रहे हो लोग, मटके तो भूल ही गए सब। ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋੜ ਹੈ ਇਹਨਾਂ ਕਾਰੀਗਰਾਂ ਦੀ ਸਾਰ ਲੈਣ ਦੀ, ਤਾਂ ਜੋ ਲੋਕਾਂ ਦੇ ਘਰਾਂ ਨੂੰ ਰੋਸ਼ਨਾਉਣ ਵਾਲੇ ਇਹ ਕਾਰੀਗਰ ਆਪਣੇ ਘਰ ਦੇ ਵਿੱਚ ਰੋਸ਼ਨੀ ਦੇਖ ਸਕਣ ਅਤੇ ਨਗਰ ਨਿਗਮ ਨੂੰ ਵੀ ਇਹਨਾਂ ਦੀ ਕੋਈ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਸੌਖ ਨਾਲ ਜਿਉ ਸਕਣ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਹਰ ਮਾਪੇ ਚਾਹੁੰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਹਰ ਬੱਚਾ ਚਾਹੁੰਦਾ ਹੈ ਕਿ ਉਹ ਪੜ੍ਹ ਲਿਖ ਕੇ ਵੱਡਾ ਆਦਮੀ ਬਣੇ ਤੇ ਇਸੇ ਇੱਛਾ ਨੂੰ ਬਹੁਤੇ ਲੋਕ ਪੂਰਾ ਕਰ ਲੈਂਦੇ ਨੇ ਤੇ ਬਹੁਤੇ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਇੱਛਾ ਅਧੂਰੀ ਰਹਿ ਜਾਂਦੀ ਹੈ। ਪਰ ਸੰਦੀਪ ਸਿੰਘ ਨਾਂ ਦਾ ਇੱਕ ਵਿਅਕਤੀ ਅਜਿਹਾ ਵੀ ਹੈ ਜੋ ਉਹਨਾਂ ਲੋੜਵੰਦਾਂ ਦੀ ਮਦਦ ਕਰਦਾ ਹੈਗਾ ਜੋ ਪੜ੍ਹਨਾ ਚਾਹੁੰਦੇ ਨੇ ਪਰ ਉਹਨਾਂ ਕੋਲ ਕਿਤਾਬਾਂ ਖਰੀਦਣ ਤੱਕ ਦੇ ਪੈਸੇ ਨਹੀਂ ਹੁੰਦੇ। ਚੰਡੀਗੜ੍ਹ ਦੇ ਰਹਿਣ ਵਾਲੇ ਸੰਦੀਪ ਸਿੰਘ ਬੀਤੇ 4 ਸਾਲ ਤੋਂ ਲੋੜਵੰਦ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਵੰਡ ਰਹੇ ਨੇ ਤੇ ਸੰਦੀਪ ਇਸ ਦੇ ਲਈ ਲੋਕਾਂ ਦੇ ਘਰਾਂ ਵਿੱਚ ਜ਼ਰੂਰਤ ਤੋਂ ਬਾਹਰ ਜਾਂ ਰੱਦੀ ਹੋ ਚੁੱਕੀਆਂ ਕਿਤਾਬਾਂ ਇਕੱਠੀਆਂ ਕਰਦੇ ਨੇ ਤੇ ਇਸ ਲਈ ਉਹਨਾਂ ਨੇ ਬਾਕਾਇਦਾ ਇੱਕ ਗੱਡੀ ਦੇ ਵਿੱਚ ਮੋਬਾਈਲ ਲਾਇਬ੍ਰੇਰੀ ਬਣਾਈ ਹੋਈ ਹੈ ਤੇ ਅਜੇ ਤੱਕ ਤਕਰੀਬਨ 30,000 ਕਿਤਾਬਾਂ ਉਹ ਵੰਡ ਚੁੱਕੇ ਨੇ। ਬੁੱਕਮੈਨ ਦੇ ਨਾਮ ਨਾਲ ਮਸ਼ਹੂਰ ਚੰਡੀਗੜ੍ਹ ਦੇ ਸੰਦੀਪ ਕੁਮਾਰ ਉਹਨਾਂ ਵਿਦਿਆਰਥੀਆਂ ਦੇ ਲਈ ਸਹਾਰਾ ਹੈ ਜੋ ਆਰਥਿਕ ਕਾਰਨਾਂ ਦੇ ਕਾਰਨ ਪੜ੍ਹਾਈ ਦੇ ਲਈ ਕਿਤਾਬਾਂ ਖਰੀਦਣ ਤੋਂ ਅਸਮਰੱਥ ਨੇ ਅਤੇ ਅਜਿਹੇ ਵਿਦਿਆਰਥੀਆਂ ਲਈ ਉਹ ਮੁਫਤ ਵਿੱਚ ਕਿਤਾਬਾਂ ਵੰਡਦੇ ਨੇ। हमारा जो सफ़र है वो 2017 को शुरू हुआ। इसमें मैं एक स्कूल में मैंने पढ़ाया और वहाँ मैंने देखा कि ऐसे बहुत से बच्चे हैं जो बेसिक चीज़ों की कमी की वजह से अपनी पढ़ाई पूरी नहीं कर पा रहे हैं। तो फिर मैंने सोचा कि इस दिशा में मुझे काम करना चाहिए, तो मैंने इसके बारे में बहुत सोचा। मुझे लगा कि हमारी जो पढ़ी हुई चीज़ें हैं उनका इस्तेमाल कर उनको भी इकट्ठा करूँगा और उन बच्चों तक पहुँचाऊँगा जो पढ़ नहीं पा रहे हैं सिर्फ बेसिक चीज़ों की कमी की वजह से। तो मैंने घर घर जाकर वो चीज़ों को इकट्ठा करना शुरू किया। लोग धीरे धीरे मुझसे जुड़ते गए, काम ऐसे ही बढ़ता गया। लगभग 30,000 से ज़्यादा किताबें हम बांट चुके हैं। ਇੱਕ ਪ੍ਰਾਈਵੇਟ ਨੌਕਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਲੇ ਸੰਦੀਪ ਨੂੰ 4 ਸਾਲ ਪਹਿਲਾਂ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦਾ ਇਹ ਦਰਦ ਮਹਿਸੂਸ ਹੋਇਆ ਤਾਂ ਉਹਨਾਂ ਨੇ ਘਰ ਘਰ ਜਾ ਕੇ ਕਿਤਾਬਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਉਹਨਾਂ ਕਿਤਾਬਾਂ ਨੂੰ ਜ਼ਰੂਰਤਮੰਦ ਵਿਦਿਆਰਥੀਆਂ ਤੱਕ ਪਹੁੰਚਾਇਆ
ਤੇ ਉਹਨਾਂ ਨੂੰ ਲੋਕਾਂ ਦਾ ਸਮਰਥਨ ਵੀ ਮਿਲਿਆ ਅਤੇ ਜ਼ਰੂਰਤਮੰਦ ਲੋਕ ਸਾਹਮਣੇ ਆਉਂਦੇ ਗਏ ਤੇ ਅੱਜ ਉਹਨਾਂ ਨੇ ਇੱਕ ਗੱਡੀ ਦੇ ਵਿੱਚ ਮੋਬਾਈਲ ਲਾਇਬ੍ਰੇਰੀ ਖੋਲ੍ਹ ਦਿੱਤੀ ਹੈ ਤਾਂ ਕਿ ਗਲੀ-ਗਲੀ ਘੁੰਮ ਕੇ ਕਿਤਾਬਾਂ ਇਕੱਠੀਆਂ ਕੀਤੀਆਂ ਜਾਣ ਅਤੇ ਉਹਨਾਂ ਨੂੰ ਆਸਾਨੀ ਦੇ ਨਾਲ ਵੰਡਿਆ ਜਾ ਸਕੇ। अब हमारी अलग अलग तरह की 3 तरह के बुक बैंक हैं। एक हमने लाइब्रेरी बनाई हुई है जिसमें 30,000 किताबें हैं। एक हमारी चलती फिरती लाइब्रेरी है जिसमें लोगों के घरों तक हम किताबें पहुंचाते हैं। तीसरी हमारी लाइब्रेरी ऑफ ऑनेस्टी जिसमें हर सेक्टर में छोटी छोटी लाइब्रेरी बनाई है। नीडी बच्चों को तो किताबें देते ही देते हैं, हम आम लोगों को भी फ्री में किताबें देते हैं। इसमें आप देखोगे तो मोस्टली आपको नॉवेल्स, मोटिवेशनल इस तरह की किताबें मिलेंगी। ये हम आम लोगों को भी देते हैं कि आप भी लीजिए किताबें और आप भी अपनी पढ़ी हुई किताबें हमें वापस कीजिए। ਫਿਲਹਾਲ ਜੇ ਸੰਦੀਪ ਦੇ ਨਾਲ ਕੁਝ ਹੋਰ ਲੋਕ ਵੀ ਅਜਿਹੇ ਕਦਮ ਉਠਾਉਣ ਤਾਂ ਇਸ ਮਦਦ ਦੇ ਨਾਲ ਵਿਆਪਕ ਰੂਪ ਦੇ ਵਿੱਚ ਜ਼ਰੂਰਤਮੰਦਾਂ ਦਾ ਭਲਾ ਹੋ ਸਕਦਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। रुख मौसम का करते हैं तो रात के वेले ठंड हो जाती है तो दिन थोड़ा ठीक ठाक लंघ जाता है, यानी कि मौसम हुण इस वेले करवट लै रहा है। नवंबर महीना शुरू होने जा रहा है तो ठंड वधनी ही है। तापमान की गल की जाए तो अज वाद तो वाद तापमान 30.0 डिग्री सैल्सियस ते घट्टो घट्ट तापमान 14.3 डिग्री सैल्सियस दर्ज किया गया। तो अज दे इस बुलेटिन दे विच बस नहीं, फिर होगी मुलाकात। ताशकार।